ਇਹ ਪੋਸਟਰ ਝੂਠ ਸੀ। ਇਹ ਕਹਿ ਰਹੇ ਨੇ ਜਿਹੜੇ ਕੱਚੇ ਮੁਲਾਜ਼ਮ ਨੇ। ਅਤੇ ਉਸ ਤੋਂ ਬਾਅਦ ਆਪ ਸਰਕਾਰ ਨੇ ਵੱਡੇ ਬੈਨਰ ਫਲੈਕਸ ਲਵਾਏ ਕਿ 8736 ਕੱਚੇ ਅਧਿਆਪਕ ਪੱਕੇ ਕੀਤੇ ਤੇ ਉਸ ਤੋਂ ਬਾਅਦ ਨੀਚੇ ਲਿਖਿਆ ਕਿ ਇਹ ਪੋਸਟਰ ਝੂਠਾ ਹੈ। ਸਰ ਇਹਨਾਂ ਨੇ ਜੋ ਸਾਨੂੰ ਪੱਕੇ ਕੀਤਾ ਹੈ ਉਹ ਫਲੈਕਸਾਂ ਵਿੱਚ ਹੀ ਕੀਤਾ ਹੈਗਾ, ਪਰ ਜਿਹੜੀ ਅਸਲ ਗੱਲ ਹੈ ਉਹ ਇਹ ਸਾਡੇ ਹਿੱਸੇ ਆਈ ਹੋਈ ਟੈਂਕੀ ਹੈ ਸਰ। 8736 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀਗਾ ਸਰ। ਉਹ ਫਿਲਹਾਲ ਐਲਾਨ ਹੀ ਹੈ ਸਰ। ਇੱਕ ਵੀ ਸਾਡੇ ਵਿੱਚੋਂ ਜੋ ਅਧਿਆਪਕ ਹੈ ਜਾਂ ਦਫ਼ਤਰੀ ਕਰਮਚਾਰੀ ਨੇ IRT IEV ਸਿੱਖਿਆ ਪ੍ਰੋਵਾਈਡਰ, ਉਹਨਾਂ ਵਿੱਚੋਂ ਸਰ ਇੱਕ ਵੀ ਮੁਲਾਜ਼ਮ ਹੈ ਜੋ ਉਹ ਪੱਕਾ ਨਹੀਂ ਕੀਤਾ ਗਿਆ ਜੀ। ਸਰ ਦੇਖੋ ਜਦੋਂ ਬੋਰਡ ਲਗਾਏ ਨੇ ਇਹਨਾਂ ਨੇ ਆਪਦੀ ਐਡਵਰਟਾਈਜ਼ਮੈਂਟ ਕੀਤੀ ਹੈਗੀ ਜੀ ਸ਼ਹਿਰਾਂ ਦੇ ਵਿੱਚ। ਸਰ ਇਹ ਇੱਕ ਸਟੰਟ ਸੀਗਾ ਵੋਟਾਂ ਦਾ ਜੀ। ਪਰੰਤੂ ਸਰਕਾਰ ਨੇ ਸਾਡੇ ਲਈ ਪੁਲਿਸ ਦਾ ਇੰਨਾ ਤਕੜਾ ਪ੍ਰਬੰਧ ਕੀਤਾ ਕਿ ਸਾਡੇ ਤੇ ਬਹੁਤ ਜ਼ਿਆਦਾ ਤਸੱਦਦ ਢਾਇਆ ਗਿਆ ਜੀ। ਸਾਨੂੰ ਬਾਨਾਂ ਦੇ ਵਿੱਚ ਘਸੀਟਿਆ ਗਿਆ ਜੀ ਤੇ ਰੋਡ ਦੇ ਉੱਤੇ ਘਸੀਟਿਆ ਗਿਆ ਜੀ। ਧੀਆਂ ਦੀਆਂ ਸਾਡੀਆਂ ਦੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜੀ, ਸਾਡੇ ਵੀਰਾਂ ਦੀਆਂ ਪੱਗਾਂ ਉਤਰੀਆਂ ਜੀ। ਆਪਣੇ ਮਸਤੂਆਣਾ ਸਾਹਿਬ ਫਿਰ ਅਸੀਂ ਆਪਦੇ ਵਾਹਨ ਲਿਜਾ ਕੇ ਉਹਨੂੰ ਲੈ ਕੇ ਆਏ ਆ। ਉਸ ਬੰਦੇ ਸਾਡੇ ਇਸ ਤਰ੍ਹਾਂ ਵੀ ਕੁੱਟੇ ਗਏ ਕਿ ਹਸਪਤਾਲ 'ਚ ਲੈ ਕੇ ਆਏ ਤੇ 2 ਮੁੰਡੇ ਸਾਡੇ ਜਿਨ੍ਹਾਂ ਦੇ ਸਿੱਧੀਆਂ ਇੱਥੋਂ ਡਾਂਗਾ ਢਿੱਡ 'ਚ ਵੀ ਮਾਰੀਆਂ ਤੇ ਹਸਪਤਾਲ ਦੇ ਵਿੱਚ ਹੱਥ ਨੇ ਉਹ ਰੈਫਰ ਕਰਵਾ ਕੇ ਲੈ ਗਏ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ। ਪਿਛਲੇ ਦਿਨੀ ਅਧਿਆਪਕਾਂ ਅਤੇ ਪੁਲਿਸ ਪ੍ਰਸ਼ਾਸਨ 'ਚ ਝੜਪ ਹੋਈ। ਉਹ ਝੜਪ ਜ਼ਿਲ੍ਹਾ ਸੰਗਰੂਰ ਜਾਨੀ ਕਿ ਮੁੱਖ ਮੰਤਰੀ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਹੋਈ, ਸ਼ਹਿਰ ਦੇ ਵਿੱਚ ਹੋਈ। ਤਸਵੀਰਾਂ ਤੁਸੀਂ ਪਿਛਲੇ ਦਿਨ ਦੇਖੇ ਨੇ ਕਿ ਕਾਫੀ ਝੜਪ ਹੋਈ ਆ। ਉਹ ਝੜਪ ਦੌਰਾਨ ਕਾਫੀ ਅਧਿਆਪਕ ਅਰੈਸਟ ਵੀ ਕੀਤੇ, ਹਿਰਾਸਤ 'ਚ ਲਏ, ਪਰ ਉਸ ਤੋਂ ਬਾਅਦ ਛੱਡ ਦਿੱਤੇ ਗਏ। ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਉਸ ਦਿਨ ਜੋ ਹੋਇਆ, ਪਰ ਉਸ ਤੋਂ ਬਾਅਦ ਵੀ ਜੋ ਸਿਸਟਮ ਚੱਲ ਰਿਹਾ ਉਹਦੀ ਤਸਵੀਰ ਤੁਹਾਨੂੰ ਦਿਖਾਵਾਂਗੇ। ਉਹ ਤਸਵੀਰ ਕੀ ਆ, ਕਿਉਂਕਿ ਜਿਹੜੇ ਕੱਚੇ ਅਧਿਆਪਕ ਨੇ ਇਹ ਟੈਂਕੀ ਤੇ ਬੈਠੇ ਨੇ। ਖੁਰਾਣੇ ਪਿੰਡ ਦੀ ਟੈਂਕੀ ਆ ਜੋ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਦੇ ਬਿਲਕੁਲ ਕਰੀਬ ਆ, ਤਕਰੀਬਨ 300 ਮੀਟਰ ਦੀ ਦੂਰੀ ਤੇ ਆ ਸਾਈਡ ਤੇ। ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਤੋਂ 2-2.5 ਕਿਲੋਮੀਟਰ ਦੀ ਦੂਰੀ ਤੇ ਆ। ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਉਹ ਟੈਂਕੀ ਆ ਜਿਹੜੀ 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂ ਇਸ ਟੈਂਕੀ ਤੇ ਬੈਠੇ ਨੇ। ਪਿਛਲੇ ਕਾਫੀ ਲੰਮੇ ਸਮੇਂ ਤੋਂ ਦੱਸਿਆ ਜਾ ਰਿਹਾ ਕਿ 22 ਦਿਨਾਂ ਤੋਂ ਇਸ ਟੈਂਕੀ ਤੇ ਅਧਿਆਪਕ ਯੂਨੀਅਨ ਦਾ ਇੱਕ ਆਗੂ ਲਗਾਤਾਰ ਬੈਠਾ, ਬਿਲਕੁਲ ਵੀ ਟੈਂਕੀ ਤੋਂ ਨੀਚੇ ਨਹੀਂ ਆਇਆ ਅਤੇ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਨੂੰ ਪੱਕੇ ਕਰੋ। ਇਸ਼ਤਿਹਾਰ ਲਗਾਏ ਗਏ ਨੇ ਸਾਨੂੰ ਪੱਕੇ ਕਰਨ ਦੇ, ਪਰ ਸਾਨੂੰ ਪੱਕੇ ਨਹੀਂ ਕੀਤਾ ਗਿਆ। ਸਿੱਖਿਆ ਪ੍ਰੋਵਾਈਡਰ IEV IERT ਅਤੇ ਸਮੂਹ ਦਫ਼ਤਰੀ ਕਰਮਚਾਰੀ ਨੇ ਇਹ, ਜਿਨ੍ਹਾਂ ਦੀਆਂ ਮੰਗਾਂ ਨੇ 8736 ਕਿ ਅਸੀਂ। ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਟੈਂਕੀ ਤੇ ਇੱਥੇ ਹੀ ਆਪਦਾ ਖਾਣ ਪੀਣ ਦਾ ਇਹਨਾਂ ਨੇ ਸਮਾਨ ਤਿਆਰ ਕੀਤਾ ਹੋਇਆ। ਇੱਥੇ ਹੀ ਖਾਣ ਪੀਣ ਦਾ ਸਮਾਨ ਤਿਆਰ ਕਰਦੇ ਨੇ, ਜਾਨੀ ਕਿ ਪੱਕਾ ਪ੍ਰਦਰਸ਼ਨ ਕਰਦੇ ਨੇ। ਦਿਨ ਰਾਤ ਦੇ ਪ੍ਰਦਰਸ਼ਨ ਤੇ ਇੱਥੇ ਹੀ ਬੈਠੇ ਨੇ। ਇੱਥੇ ਬੈਨਰ ਲੱਗੇ ਹੋਏ ਨੇ ਕਿ 10 ਸਾਲਾ ਪਾਲਸੀ ਤਹਿਤ ਰੈਗੂਲਰ ਆਰਡਰ ਲੈਣ ਸੰਬੰਧੀ ਪਿੰਡ ਖੁਰਾਣਾ ਪਾਣੀ ਵਾਲੀ ਟੈਂਕੀ ਤੇ ਪੱਕਾ ਮੋਰਚਾ। ਸੋ ਲਗਾਤਾਰ ਤਸਵੀਰਾਂ ਦਿਖਾਉਂਦੇ ਆ ਕਿ ਇੱਥੇ ਇਹਨਾਂ ਦੀਆਂ ਦਰੀਆਂ ਵਿਛਾਈਆਂ ਹੋਈਆਂ ਨੇ, ਇੱਥੇ ਹੀ ਰਹਿੰਦੇ ਨੇ। ਕਿਸ ਸਿਸਟਮ ਨਾਲ ਰਹਿੰਦੇ ਨੇ ਇੱਕ ਨਵੀਂ ਤਸਵੀਰ ਤੁਹਾਨੂੰ ਦਿਖਾਵਾਂਗੇ। ਕੈਮਰਾਮੈਨ ਨੂੰ ਕਹਾਂ ਕਿ ਇੱਧਰ ਇੱਕ ਫਲੈਕਸ ਦਿਖਾਉਣੇ ਜੋ ਛਪਵਾਈ ਹੋਈ ਆ। ਫਰਕ ਕੋਈ ਨਹੀਂ ਹੈ, ਕਾਂਗਰਸ ਸਰਕਾਰ ਆਪ ਸਰਕਾਰ। ਕਾਂਗਰਸ ਸਰਕਾਰ ਦੇ ਨੀਚੇ ਕਿ 36000 ਕੱਚੇ ਮੁਲਾਜ਼ਮ ਪੱਕੇ, ਜਾਨੀ ਕਿ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਉਦੋਂ ਬੋਰਡ ਲਗਵਾਏ, ਵੱਡੇ ਫਲੈਕਸ ਲਵਾਏ ਕਿ 36000 ਕੱਚੇ ਮੁਲਾਜ਼ਮ ਪੱਕੇ। ਇਹ ਪੋਸਟਰ ਝੂਠ ਸੀ। ਇਹ ਕਹਿ ਰਹੇ ਨੇ ਜਿਹੜੇ ਕੱਚੇ ਮੁਲਾਜ਼ਮ ਨੇ। ਅਤੇ ਉਸ ਤੋਂ ਬਾਅਦ ਆਪ ਸਰਕਾਰ ਨੇ ਵੱਡੇ ਬੈਨਰ ਫਲੈਕਸ ਲਵਾਏ ਕਿ 8736 ਕੱਚੇ ਅਧਿਆਪਕ ਪੱਕੇ ਕੀਤੇ, ਗਰੰਟੀ ਪੂਰੀ, ਸਾਡਾ ਕੰਮ ਬੋਲਦਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਫੋਟੋ ਹੈ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦਿਖਾਉਂਦੇ ਆ, ਇਹ ਤਸਵੀਰਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਿਹੜੇ 8736 ਕੱਚੇ ਮੁਲਾਜ਼ਮ ਸਨ, ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਂ ਜੋ ਵੀ ਜਿਹੜਾ ਇਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਪੱਕੇ ਹੋ ਗਏ ਜੀ, ਤੁਹਾਨੂੰ ਮੁਬਾਰਕਾਂ, ਮਤਲਬ ਕਾਂਗਰਸ ਕੀਤਾ। ਤੇ ਉਸ ਤੋਂ ਬਾਅਦ ਨੀਚੇ ਲਿਖਿਆ ਕਿ ਇਹ ਪੋਸਟਰ ਝੂਠਾ ਹੈ। ਜਾਨੀ ਕਿ ਕੁੱਲ ਮਿਲਾ ਕੇ ਜਿੱਥੇ ਪ੍ਰਦਰਸ਼ਨ ਚੱਲ ਰਿਹਾ ਉੱਥੇ ਪੂਰੀ ਇਹਨਾਂ ਨੇ ਬੈਨਰ ਛਪਵਾਏ ਹੋਏ ਨੇ ਕਿ ਸਰਕਾਰ ਝੂਠ ਬੋਲ ਰਹੀ ਹੈ। ਇੱਥੋਂ ਤੱਕ ਕਹਿ ਰਹੇ ਨੇ। ਬਾਈ ਜੂਰੀ ਸਾਡੇ ਨਾਲ ਮੌਜੂਦ ਨੇ। ਬਾਈ ਜੀ ਕੀ ਨਾਮ ਆਪਣਾ? ਮੇਰਾ ਨਾਮ ਸਰ ਗੁਰਲਾਲ ਸਿੰਘ ਹੈ ਜੀ। ਮੈਂ IEV ਵਲੰਟੀਅਰ ਹਾਂ ਸਰ। ਠੀਕ ਹੈ, ਬਿਲਕੁਲ ਗੁਰਲਾਲ ਜੀ। ਪਹਿਲਾਂ ਤਾਂ ਇਹ ਪੋਸਟਰਾਂ ਕਨੀ ਅਸੀਂ ਨਿਗਾਹ ਮਾਰੀ। ਪਹਿਲਾਂ ਤੁਸੀਂ ਚਰਨਜੀਤ ਸਿੰਘ ਚੰਨੀ ਨੇ ਪੋਸਟਰ ਲਵਾਏ ਸੀ, ਉਦੋਂ ਬੱਸਾਂ ਦੇ ਪਿੱਛੇ ਵੀ ਸਾਰੇ ਕਿਤੇ ਬਹੁਤ ਪੂਰੇ ਪੰਜਾਬ 'ਚ ਫਲੈਕਸ ਲੱਗੇ ਕਿ 36000 ਮੁਲਾਜ਼ਮ ਪੱਕੇ। ਹੁਣ ਇਹ ਦੂਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿ ਜਿਹੜੇ ਤੁਸੀਂ ਉਹ ਮੁਲਾਜ਼ਮ ਹੋ ਵੀ ਉਹ ਵੀ ਪੱਕੇ ਕਰਦੇ। ਤੁਸੀਂ ਪੱਕੇ ਹੋਏ ਹੋ ਕਿ ਨਹੀਂ ਹੋਏ? ਜੇ ਤੁਸੀਂ ਹੋਏ ਹੋ ਤਾਂ ਫਿਰ ਟੈਂਕੀ ਤੇ ਕਿਉਂ ਬੈਠੇ ਹੋ ਜੀ? ਸਰ ਇਹਨਾਂ ਨੇ ਜੋ ਸਾਨੂੰ ਪੱਕੇ ਕੀਤਾ ਹੈ ਉਹ ਫਲੈਕਸਾਂ ਵਿੱਚ ਹੀ ਕੀਤਾ ਹੈਗਾ, ਪਰ ਜਿਹੜੀ ਅਸਲ ਗੱਲ ਹੈ ਉਹ ਇਹ ਸਾਡੇ ਹਿੱਸੇ ਆਈ ਹੋਈ ਟੈਂਕੀ ਹੈ ਸਰ।
ਅਸੀਂ ਚੰਨੀ ਸਰਕਾਰ ਵੇਲੇ ਵੀ ਕੱਚੇ ਸੀਗੇ ਤੇ ਸਰ ਅਸੀਂ ਮਾਨ ਸਾਹਿਬ ਭਗਵੰਤ ਮਾਨ ਜੀ ਜੋ ਆਪਣੇ ਸੀਐਮ ਸਾਹਿਬ ਨੇ ਜੀ, ਜਿਨ੍ਹਾਂ ਨੇ 5 ਸਤੰਬਰ 2022 ਨੂੰ 8736 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀਗਾ ਸਰ, ਉਹ ਫਿਲਹਾਲ ਐਲਾਨ ਹੀ ਹੈ ਸਰ। ਇੱਕ ਵੀ ਸਾਡੇ ਵਿੱਚੋਂ ਜੋ ਅਧਿਆਪਕ ਹੈ ਜਾਂ ਦਫ਼ਤਰੀ ਕਰਮਚਾਰੀ ਨੇ IRT IEV ਸਿੱਖਿਆ ਪ੍ਰੋਵਾਈਡਰ, ਉਹਨਾਂ ਵਿੱਚੋਂ ਸਰ ਇੱਕ ਵੀ ਮੁਲਾਜ਼ਮ ਹੈ ਜੋ ਉਹ ਪੱਕਾ ਨਹੀਂ ਕੀਤਾ ਗਿਆ ਜੀ। ਠੀਕ ਹੈ। ਨਹੀਂ ਬਿਲਕੁਲ, ਫਿਰ ਬੋਰਡ ਕਿਵੇਂ ਲਾਤੇ? ਜਿਵੇਂ ਹੁਣ ਤਸਵੀਰ ਲਾਈ ਹੋਈ ਉਦੋਂ ਤੁਹਾਨੂੰ ਕਹਿਤਾ ਸੀ ਕਿ ਪੱਕੇ ਹੋ ਗਏ ਜੀ, ਕੋਈ ਦਿੱਕਤ ਨਹੀਂ, ਤਨਖਾਹਾਂ ਵੀ ਵਧਣਗੀਆਂ, A ਗ੍ਰੇਡ 'ਚ ਆਵੋਗੇ ਤੁਸੀਂ, ਫਿਰ ਚੱਕਰ ਦਿੱਕਤ ਕਿੱਥੇ ਹੋ ਗਈ? ਜਾਣੀ ਕਿ ਕਾਫੀ ਟਾਈਮ ਵੀ ਕਾਫੀ ਹੋ ਗਿਆ ਤੁਹਾਡੇ ਇਹ ਐਲਾਨ ਨੂੰ। ਸਰ ਦੇਖੋ, ਜਦੋਂ ਬੋਰਡ ਲਗਾਏ ਨੇ ਇਹਨਾਂ ਨੇ ਆਪਦੀ ਐਡਵਰਟਾਈਜ਼ਮੈਂਟ ਕੀਤੀ ਹੈਗੀ ਜੀ ਸ਼ਹਿਰਾਂ ਦੇ ਵਿੱਚ ਸਰ, ਇਹ ਇੱਕ ਸਟੰਟ ਸੀਗਾ ਵੋਟਾਂ ਦਾ ਜੀ। ਇਹ ਤਾਂ ਕਲੀਅਰ ਹੋ ਗਿਆ ਕਿ ਵੋਟਾਂ ਦਾ ਸਟੰਟ ਸੀਗਾ ਸਰ। ਤੇ ਸਰ ਜੋ ਸਾਨੂੰ ਇਹਨਾਂ ਨੇ ਲਾਰਾ ਲਾਇਆ ਸੀਗਾ ਵੀ ਅਸੀਂ ਤੁਹਾਨੂੰ ਪੱਕੇ ਕਰ ਦਾਂਗੇ ਸਰ, ਉਹ ਉਵੇਂ ਦੀ ਜਿਵੇਂ ਸਰ ਲਾਰਾ ਹੀ ਹੈਗਾ। ਤੇ ਸਰਕਾਰ ਨੇ ਸਰ ਕਿਤੇ ਨਾ ਕਿਤੇ ਪਾਲਿਸੀ ਤਿਆਰ ਕੀਤੀ ਸੀ ਸਰ, ਪਰ ਜਦੋਂ ਅਸੀਂ ਉਸ ਪਾਲਿਸੀ ਦੇ ਬਿਲਕੁਲ ਸਾਰੇ ਰੂਲ ਅਸੀਂ ਫੋਲੋ ਕਰ ਲਏ ਨੇ, ਸਾਡੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਜੀ, ਬਟ ਸਰ ਉਹ ਸਰਕਾਰ ਹੁਣ ਉਹ ਪਾਲਿਸੀ ਤੋਂ ਕਿਤੇ ਨਾ ਕਿਤੇ ਭੱਜ ਰਹੀ ਹੈ ਸਰ। ਠੀਕ ਹੈ। ਨਹੀਂ ਵੈਸੇ ਜੇ ਗੱਲਬਾਤ ਕਰੀਏ, ਜਿਵੇਂ ਪਹਿਲਾਂ ਵੀ ਲਗਾਤਾਰ ਤੁਹਾਡਾ ਤਾਲਮੇਲ ਰਿਹਾ ਸਰਕਾਰ ਨਾਲ, ਉਸ ਤੋਂ ਬਾਅਦ ਇੱਕ ਤੁਹਾਨੂੰ ਕਿਤੇ ਨਾ ਕਿਤੇ ਸਨਮਾਨਿਤ ਵੀ ਕੀਤਾ ਸੀ, ਟੀਚਰ ਦੇਖੇ ਨੇ, ਕਿੰਨੇ ਕੁ ਟੀਚਰ ਉਦੋਂ ਸਨਮਾਨਿਤ ਕੀਤੇ ਤੇ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਕੀਤੇ ਸੀ? ਸਰ ਇਹ ਆਪਣੇ ਜੋ ਆਗੂ ਸੀਗੇ ਪਹਿਲਾਂ ਆਪਣੇ ਜਦੋਂ ਮੋਹਾਲੀ ਧਰਨਾ ਲੱਗਿਆ ਸੀਗਾ ਜੀ, ਇਹ ਸਨਮਾਨਿਤ ਨਹੀਂ ਸਰ ਕੀਤੇ ਹੋਏ ਜੀ। ਸਾਰੇ ਨਾਲ ਇੱਕ ਨੋਟੀਫਿਕੇਸ਼ਨ ਹੋਇਆ ਸੀਗਾ ਜੋ 8736 ਦਾ ਕੀਤਾ ਸੀਗਾ ਜੀ। ਇਹ ਸਰ ਸਾਨੂੰ ਸਟੇਜ ਤੇ ਬੁਲਾ ਕੇ ਪੂਰਾ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਤੁਹਾਡਾ ਦੇਖੋ ਨੋਟੀਫਿਕੇਸ਼ਨ ਹੈ ਜਿਹੜਾ ਉਹ ਸਰਕਾਰ ਨੇ ਬਿਲਕੁਲ ਤਿਆਰ ਕਰ ਲਿਆ, ਰੈਡੀ ਕਰ ਲਿਆ ਜੀ, ਜਾਣੀ ਕਿ ਪਾਲਿਸੀ ਬਿਲਕੁਲ ਤੁਹਾਡੀ ਰੈਡੀ ਹੈਗੀ। ਪਰ ਸਰ ਉਹ ਸਾਨੂੰ ਉਹਦੀ ਕਾਪੀਆਂ ਸਾਨੂੰ ਦਿੱਤੀਆਂ ਗਈਆਂ ਜੀ ਵੀ ਦੇਖੋ ਅਸੀਂ ਕੰਮ ਕਰ ਰਹੇ ਹਾਂਗੇ, ਆਂਦੇ ਹੀ ਕੰਮ ਕਰ ਰਹੇ ਹਾਂਗੇ, ਬਟ ਸਰ ਉਹ ਝੂਠ ਸੀਗਾ ਜੀ। ਹਾਂਜੀ, ਅੱਜ ਇਹ ਸਾਨੂੰ ਲੱਗਦਾ ਹੈਗਾ ਵੀ ਝੂਠ ਸੀਗਾ, ਕਿਉਂਕਿ ਸਰਕਾਰ ਇੰਨੇ ਲੰਬੇ ਸਮੇਂ ਤੋਂ ਸਾਡੇ ਨਾਲ ਇਹ ਪਹਿਲਾਂ ਤਾਂ ਆਹੀ ਗੱਲ ਰੱਖੀ ਸਰਕਾਰ ਨੇ ਜੀ, ਸਾਨੂੰ ਟਾਈਮ ਚਾਹੀਦਾ ਹੈਗਾ, ਟਾਈਮ ਚਾਹੀਦਾ ਹੈਗਾ ਸਰ। ਪਰ ਸਰ ਹੁਣ ਮੰਨ ਲਓ ਕਿ ਸਾਡੇ ਕੋਲ ਖੁਦ ਕੋਲ ਟਾਈਮ ਨਹੀਂ ਹੈ ਜੀ। ਸਾਡੇ ਜੋ ਸਾਥੀ ਨੇ ਸਰ ਉਹ ਰਿਟਾਇਰਮੈਂਟ ਦੀ ਜਗ੍ਹਾ ਤੇ ਆਏ ਖੜ੍ਹੇ ਨੇ ਬਿਲਕੁਲ ਜੀ। ਬਿਲਕੁਲ, ਪਹਿਲਾਂ ਤਾਂ ਛੁੱਟੀਆਂ ਸੀ, ਚਲੋ ਪ੍ਰਦਰਸ਼ਨ ਤੁਹਾਡਾ ਚੱਲਦਾ ਸੀ, ਤੁਸੀਂ ਇੱਥੇ ਛੁੱਟੀ ਲੈ ਕੇ, ਛੁੱਟੀ ਲੈਣੀ ਤਾਂ ਕੀ ਸੀ, ਉਦੋਂ ਤਾਂ ਛੁੱਟੀਆਂ ਸੀ। ਹੁਣ ਸਕੂਲ ਲੱਗ ਗਏ ਜੀ, ਸਟਾਰਟ ਹੋ ਗਏ ਸਕੂਲ। ਉਧਰ ਜਿਵੇਂ ਤੁਹਾਡਾ ਇੱਕ ਸਾਥੀ ਉੱਪਰ ਬੈਠਾ, ਹੁਣ ਲਗਾਤਾਰ ਜਦੋਂ ਛੁੱਟੀਆਂ ਤੇ ਛੁੱਟੀਆਂ ਲੱਗ ਜਾਣਗੇ, ਜੇ ਉੱਥੋਂ ਸਰਕਾਰ ਨੇ ਕੋਈ ਕਾਰਵਾਈ ਕਰਤੀ, ਸਸਪੈਂਡ ਕਰਤੇ ਵੀ ਆਉਂਦੇ ਨਹੀਂ, ਛੁੱਟੀਆਂ ਲਈਆਂ ਨਹੀਂ, ਐਵੇਂ ਜੇ ਕੋਈ ਆਹ ਕਾਰਵਾਈ ਹੋਗੀ? ਸਰ ਦੇਖੋ, ਜੋ ਸਕੂਲ ਲੱਗੇ ਨੇ ਜੀ, ਅਸੀਂ ਸਕੂਲਾਂ 'ਚ ਵੀ ਜਾ ਰਹੇ ਹਾਂਗੇ, ਸਾਡੇ ਪਰਿਵਾਰਕ ਮੈਂਬਰ ਹੁੰਦੇ ਨੇ ਸਰ, ਬਾਅਦ ਵਿੱਚ ਉਹ ਇੱਥੇ ਬੈਠੇ ਹੁੰਦੇ ਨੇ ਜੀ। ਤੇ ਜੋ ਇੰਦਰ ਮਾਨਸਾ ਜੀ ਸਾਡੇ ਉੱਤੇ ਬੈਠੇ ਨੇ ਜੀ ਟੈਂਕੀ ਤੇ, ਉਹਨਾਂ ਨੂੰ ਅਗਰ ਕੁਛ ਵੀ ਸਰਕਾਰ ਕਿਸੇ ਤਰ੍ਹਾਂ ਦਾ ਵੀ ਕੋਈ ਫਰਮਾਨ ਜਾਰੀ ਕਰਦੀ ਹੈਗੀ ਤਾਂ ਅਸੀਂ ਉਹਦੀ ਸਖਤ ਵਿਰੋਧ ਕਰਾਂਗੇ ਜੀ। ਠੀਕ ਹੈ। ਵੈਸੇ ਹੁਣ ਕਦੋਂ ਤੱਕ ਬੈਠੇ ਰਹੋਗੇ? ਕਿਉਂਕਿ ਪਿਛਲੇ ਦਿਨੀ ਇੱਕ ਝੜਪ ਹੋਈ ਹੈ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ, ਤੇ ਹੁਣ ਅੱਗੇ ਕੋਈ ਮੀਟਿੰਗ ਦਾ ਸਮਾਂ ਜਾਂ ਕੋਈ ਗੱਲਬਾਤ ਹੋਈ ਜਾਂ ਨਹੀਂ ਹੋਈ? ਸਰ ਸਾਡੇ ਇੱਥੇ 1 ਜੁਲਾਈ ਨੂੰ ਅਸੀਂ ਇੱਥੇ ਰੱਖਿਆ ਸੀਗਾ, ਪ੍ਰੋਗਰਾਮ ਰੱਖਿਆ ਸੀਗਾ ਜੀ, CM ਸਾਹਿਬ ਦੀ ਕੋਠੀ ਵੱਲ ਜਾਣਾ ਸੀਗਾ ਜੀ, ਪਰੰਤੂ ਸਰਕਾਰ ਨੇ ਸਾਡੇ ਲਈ ਪੁਲਿਸ ਦਾ ਇੰਨਾ ਤਕੜਾ ਪ੍ਰਬੰਧ ਕੀਤਾ ਕਿ ਸਾਡੇ ਤੇ ਬਹੁਤ ਜ਼ਿਆਦਾ ਤਸ਼ੱਦਦ ਢਾਇਆ ਗਿਆ ਜੀ। ਸਾਨੂੰ ਬਾਨਾਂ ਦੇ ਵਿੱਚ ਘਸੀਟਿਆ ਗਿਆ ਜੀ, ਤੇ ਰੋਡ ਦੇ ਉੱਤੇ ਘਸੀਟਿਆ ਗਿਆ ਜੀ। ਧੀਆਂ ਦੀਆਂ ਸਾਡੀਆਂ ਦੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜੀ, ਸਾਡੇ ਵੀਰਾਂ ਦੀਆਂ ਪੱਗਾਂ ਉਤਰੀਆਂ ਜੀ, ਤੇ ਅਸੀਂ ਉਹਦੀ ਨਿਖੇਧੀ ਕਰਦੇ ਹਾਂ ਜੀ। ਬਾਕੀ ਕਾਫੀ ਪੰਜਾਬ ਦੇ ਵਿੱਚ ਵੀ ਜੋ ਯੂਨੀਅਨਾਂ ਨੇ ਉਹਨਾਂ ਨੇ ਵੀ ਨਿਖੇਧੀ ਕੀਤੀ ਹੈ ਜੀ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਿਖੇਧੀ ਕੀਤੀ ਹੈ ਜੀ। ਤੇ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈਗਾ ਕਿ ਉਹ ਸਾਡੀ ਗੱਲ ਨੂੰ ਜੋ ਸਾਡੀ ਨਹੀਂ ਗੱਲ ਹੈਗੀ ਸਰ, ਇਹ ਅਸਲ ਇਹ ਗੱਲ ਪੰਜਾਬ ਸਰਕਾਰ ਦੀ ਹੈਗੀ। ਦੇਖੋ, ਪੰਜਾਬ ਸਰਕਾਰ ਨੇ ਸਾਡੇ ਉੱਤੇ ਮਤਲਬ ਕਿ ਦਰੀ ਤੇ ਆ ਕੇ ਸਾਡੇ ਨਾਲ ਮੋਹਾਲੀ ਵਿਖੇ ਵਾਅਦਾ ਕੀਤਾ ਸੀ ਇੱਕ, ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਤੁਹਾਨੂੰ ਆਂਦੇ ਪੱਕੇ ਕਰਾਂਗੇ ਜੀ। ਠੀਕ ਹੈ ਨਾ ਜੀ। ਦੇਖੋ, ਸਾਡੀ ਉਹਦੇ ਵਿੱਚ ਕੋਈ ਮੰਗ ਨਹੀਂ ਜੀ। ਦੂਜਾ ਵਾਅਦਾ ਉਹਨਾਂ ਦਾ ਇਹ ਸੀਗਾ ਜੀ ਕਿ ਜੇਕਰ ਅਸੀਂ ਪੱਕੇ ਨਾ ਕਰ ਸਕੇ ਜਦੋਂ ਤੱਕ ਅਸੀਂ ਤੁਹਾਨੂੰ 36000 ਰੁਪਏ ਤਨਖਾਹ ਦੇਵਾਂਗੇ ਜੀ। ਪਰ ਬਟ ਸਰ ਉਹ ਦੋਨੋਂ ਚੀਜ਼ਾਂ ਤੋਂ ਹੁਣ ਸਰਕਾਰ ਭੱਜ ਰਹੀ ਹੈ ਜੀ। ਹੁਣ ਉੱਕਾ ਪੁੱਕਾ ਤਨਖਾਹ ਕਰਨ ਤੇ ਆਈ ਹੈ ਤੇ 15000 ਰੁਪਏ ਜੀ। ਤੇ ਸਰ ਸਾਨੂੰ ਨਹੀਂ ਲੱਗਦਾ ਵੀ ਸਰਕਾਰ ਇਹ ਕੋਈ ਵੱਖਰੀ ਸਰਕਾਰ ਹੈ, ਪਹਿਲੀਆਂ ਸਰਕਾਰਾਂ ਵਰਗੀ ਹੀ ਸਰਕਾਰ ਹੈ ਜੀ। ਠੀਕ ਹੈ। ਹੁਣ ਕਿੰਨੇ ਦਿਨ ਹੋ ਗਏ ਤੁਹਾਡੇ ਸਾਥੀ ਨੂੰ ਇਸ ਟੈਂਕੀ ਤੇ ਬੈਠੇ ਨੂੰ? ਸਰ ਅਸੀਂ 13 ਜੂਨ ਤੋਂ ਇਸੇ 22 ਟੈਂਕੀ ਤੇ ਬੈਠਾ ਹੈਗਾ ਜੀ। ਮੈਕਸਿਮਮ ਸਾਨੂੰ 22 ਦਿਨ ਹੋ ਗਏ ਨੇ ਜੀ ਇੱਥੇ ਟੈਂਕੀ ਤੇ ਬੈਠੇ ਨੂੰ ਜੀ। ਇਹ ਉਦੋਂ ਤੱਕ ਸਰ ਜਾਰੀ ਰਹੂਗਾ ਜੀ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜੀ। ਬਿਲਕੁਲ, ਕੱਚੇ ਮੁਲਾਜ਼ਮਾਂ ਦਾ ਇੱਕ ਜਾਨੀ ਕਿ ਸਾਥੀ ਟੈਂਕੀ ਤੇ ਬੈਠਾ, ਖੁਰਾਣਾ ਟੈਂਕੀ ਤੇ, ਜਿਹਨੂੰ 22ਵਾਂ ਦਿਨ ਹੋ ਚੁੱਕਿਆ। ਉਸ ਤੋਂ ਬਾਅਦ ਲਗਾਤਾਰ ਗੱਲਬਾਤ ਕਰ ਰਹੇ ਨੇ ਕਿ ਵੱਡਾ ਪ੍ਰਦਰਸ਼ਨ ਕੀਤਾ। 1 ਜੁਲਾਈ ਨੂੰ ਪ੍ਰਦਰਸ਼ਨ ਜਦੋਂ ਹੋਇਆ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਵੱਲ ਜਾਣ ਦੀ ਅਸੀਂ ਕੋਸ਼ਿਸ਼ ਕੀਤੀ ਤਾਂ ਝੜਪ ਹੋਈ, ਲਾਠੀ ਚਾਰਜ ਹੋਇਆ। ਇੱਥੋਂ ਤੱਕ ਬਾਈ ਜੀ ਹੋਰੀ ਮੌਜੂਦ ਨੇ। ਬਾਈ ਜੀ, ਕੀ ਨਾਮ ਆਪਣਾ? ਮੇਰਾ ਨਾਮ ਰੇਸ਼ਮ ਸਿੰਘ ਆ ਜੀ, ਮੈਂ ਜ਼ਿਲ੍ਹਾ ਪ੍ਰਧਾਨ ਆ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦਾ। ਠੀਕ ਹੈ। ਰੇਸ਼ਮ ਜੀ, ਕਿਵੇਂ ਦੇਖਦੇ ਹੋ ਪ੍ਰਦਰਸ਼ਨ ਤੁਹਾਡਾ ਚੱਲਦਾ? ਪਿਛਲੇ ਦਿਨੀ ਝੜਪ ਵੀ ਹੋਈ, ਉਸ ਦਿਨ ਤੁਸੀਂ ਕਹਿੰਦੇ ਤੇ ਕਾਫੀ ਜਿਹੜੇ ਸਾਥੀ ਨੇ ਤੁਹਾਡੇ ਹਿਰਾਸਤ 'ਚ ਲਏ, ਤੇ ਕਿੰਨੇ ਕੁ ਸਾਥੀ ਹਿਰਾਸਤ 'ਚ ਲਏ ਗਏ? ਘੱਟੋ ਘੱਟ 80 ਜਾਣੇ ਸਾਡੇ ਹਿਰਾਸਤ 'ਚ ਲਏ ਆ, ਵੱਖੋ ਵੱਖਰੇ ਥਾਣਿਆਂ ਦੇ ਵਿੱਚ, ਮੂਣਕ, ਪਾਤਣਾ, ਖਨੌਰੀ, ਲੌਂਗੋਵਾਲ। ਤੇ ਉਹਨਾਂ ਦੇ ਨਾਲ ਰਾਹ ਦੇ ਵਿੱਚ ਸਾਨੂੰ ਦੱਸਿਆ ਜਾਂਦਾ ਕਿ ਲੇਡੀ ਸਟਾਫ ਦੱਸਦਾ ਕਿ ਉਹ ਗਾਲਾਂ ਕੱਢਦੇ ਵੀ ਗਏ ਸਾਡੇ ਟੀਚਰਾਂ ਨੂੰ, ਰਾਹ ਵਿੱਚ ਰੋਕ ਕੇ ਵੀ ਉਹਨਾਂ ਨੂੰ ਗਾਲਾਂ ਕੱਢਦੇ ਰਹੇ ਵੀ ਤੁਸੀਂ ਇਹ ਗਲਤ ਕਰ ਰਹੇ ਹੋ।
ਦੇਖੋ ਅਸੀਂ ਪਾਲਿਸੀ ਆਪ ਨਹੀਂ ਬਣਾਈ, ਸਰਕਾਰ ਨੇ ਪਾਲਿਸੀ ਬਣਾਈ ਸੀ 10 ਸਾਲਾ ਪਾਲਿਸੀ ਸੀ, ਜਿਹਦੇ ਵਿੱਚ ਉਹਦੀਆਂ ਕੋਈ ਵੀ ਜਿਹਦਾ ਕੱਚਾ ਜਿਹੜਾ ਮੁਲਾਜ਼ਮ ਹੈ ਉਹਦੀ ਸ਼ਰਤਾਂ ਪੂਰੀਆਂ ਕਰਦਾ ਤਾਂ ਉਹਨੂੰ ਇਹ ਜਿਹੜਾ ਵਨ ਟਾਈਮ ਪਾਲਿਸੀ ਹੈ ਉਹਦੇ ਵਿੱਚ ਲਿਆ ਜਾਊਗਾ। ਤਾਂ ਉਹਦੇ ਵਿੱਚ ਕੋਈ ਗ੍ਰੇਡ ਨਹੀਂ ਸੀਗਾ। ਗ੍ਰੇਡ ਦਾ ਮਤਲਬ ਕਿ ਉਹਦੇ ਲਈ ਜਿਹੜੀ 58 ਸਾਲ ਤੱਕ ਉਹ ਸਰਕਾਰੀ ਭੱਤਿਆਂ ਦੇ ਨਾਲ ਹੱਕਦਾਰ ਬਣ ਜਾਂਦਾ ਜੀ। ਤਾਂ ਉਸ ਤੋਂ ਸਰਕਾਰ ਨੇ ਪਾਲਿਸੀ ਇੱਕ ਪਾਸੇ ਕਰਕੇ ਹੀ ਇੱਕ ਉੱਕਾ ਪੁੱਕਾ ਤਨਖਾਹ ਦੇਣ ਦੇ ਲਈ ਸਾਨੂੰ 29 ਤਰੀਕ ਨੂੰ ਪਿੱਛੇ ਜੇ ਕਾਨਫਰੰਸ ਕਰਕੇ ਮਾਨ ਸਾਹਿਬ ਨੇ ਕਰਤਾ ਜੀ ਇੰਨੀ ਛੋਟੀ ਤਨਖਾਹ ਵਧਾਤੀ, ਕਿਤੇ 3 ਗੁਣਾ ਕਿਤੇ 2 ਗੁਣਾ, ਜਿਹੜੀ ਕਿ ਬਹੁਤ ਹੀ ਗਲਤ ਇਹਨਾਂ ਨੇ ਪਾਲਿਸੀ ਨੂੰ ਪਰਾ ਕੀਤਾ ਜੀ। ਠੀਕ ਹੈ, ਜਾਨੀ ਕਿ ਤਨਖਾਹ ਦੇ ਚੱਕਰ 'ਚ ਪੱਕੇ ਵਾਲਾ ਸਾਈਡ ਤੇ ਕਰਤੀ ਗੱਲਬਾਤ ਉਹੀ। ਹਾਂਜੀ, ਕਿਉਂਕਿ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਵੀ ਸਾਨੂੰ ਜਿਹੜੀ ਤਨਖਾਹ ਵਧਾ ਕੇ ਨਾਲ 5% ਇੰਕਰੀਮੈਂਟ ਲਾਤਾ, ਜਿਹਦਾ ਕਿ ਹਰ ਇੱਕ ਬੰਦਾ ਜਿਹੜਾ ਸਾਡਾ 40 ਤੋਂ ਵੱਧ ਹੋ ਚੁੱਕਿਆ ਤੇ ਜਿਹੜਾ ਜਦੋਂ ਉਹ ਰਿਟਾਇਰ ਹੋਊ ਵੱਧੋ ਵੱਧ ਉਹਦੀ ਤਨਖਾਹ 34-35 ਹਜ਼ਾਰ ਹੀ ਬਣਨੀ ਆ। ਕਿ ਉਦੋਂ ਕਿ ਦੇਖੋ ਜਿਹੜਾ ਮਹਿੰਗਾਈ ਆ ਉਹ ਕਿੰਨੀ ਵਧਣੀ ਆ, ਇਹ ਤੁਹਾਨੂੰ ਆਪ ਹੀ ਪਤਾ ਜੀ। ਠੀਕ ਹੈ, ਤੁਸੀਂ ਸਾਥੀਆਂ ਦੀ ਗੱਲ ਕਰਦੇ ਤੇ ਕਿ 80 ਦੇ ਤਕਰੀਬਨ ਸਾਥੀਆਂ ਨੂੰ ਅਰੈਸਟ 'ਚ ਕੀਤਾ, ਉਸੇ ਦਿਨ ਛੱਡਤੇ ਜਾਂ ਦੂਜੇ ਦਿਨ ਫਿਰ ਛੱਡਤੇ? ਉਹ ਸ਼ਾਮ ਤੱਕ ਛੱਡਿਆ ਜੀ। ਛੱਡੇ ਵੀ ਕਿੱਥੇ ਆ, ਆਪਣੇ ਮਸਤੂਆਣਾ ਸਾਹਿਬ। ਫਿਰ ਅਸੀਂ ਆਪਦੇ ਵਾਹਨ ਲਿਜਾ ਕੇ ਉਹਨੂੰ ਲੈ ਕੇ ਆਏ ਆ। ਕੁਝ ਬੰਦੇ ਸਾਡੇ ਇਸ ਤਰ੍ਹਾਂ ਵੀ ਕੁੱਟੇ ਗਏ ਕਿ ਹਸਪਤਾਲ 'ਚ ਲੈ ਕੇ ਆਏ ਆ, ਤੇ 2 ਮੁੰਡੇ ਸਾਡੇ ਜਿਨ੍ਹਾਂ ਦੇ ਸਿੱਧੀਆਂ ਇੱਥੋਂ ਡਾਂਗਾਂ ਢਿੱਡ 'ਚ ਵੀ ਮਾਰੀਆਂ ਤੇ ਹਸਪਤਾਲ ਦੇ ਵਿੱਚ ਹੱਥ ਨੇ ਉਹ ਰੈਫਰ ਕਰਵਾ ਕੇ ਲੈ ਕੇ ਆਏ ਸੀ ਉਹਨਾਂ ਨੂੰ। ਬਿਲਕੁਲ, ਬਾਈ ਜੀ ਨੂੰ ਵੀ ਸਵਾਲ ਕੀਤਾ ਸੀ ਕਿ ਕਦੋਂ ਤੱਕ ਬੈਠੋਗੇ? ਹੁਣ 22 ਦਿਨ ਹੋ ਗਏ ਜੀ, ਕੋਈ ਗੱਲਬਾਤ ਹੋਈ ਜਾਂ ਕਦੋਂ ਤੱਕ ਹੁਣ ਪ੍ਰਦਰਸ਼ਨ ਚੱਲਣਾ? ਇਹ ਤਾਂ ਉਦੋਂ ਤੱਕ ਹੀ ਚੱਲੂਗਾ ਜਦੋਂ ਤੱਕ ਸਾਡਾ ਜਿਹੜਾ ਭਵਿੱਖ ਆ ਉਹ ਸਾਨੂੰ ਸਵਾਰਿਆ ਹੋਇਆ ਨਹੀਂ ਦਿਖੂਗਾ। ਠੀਕ ਹੈ, ਜਿੰਨਾ ਚਿਰ ਸਾਨੂੰ ਰੁਜ਼ਗਾਰ ਜਿਹੜਾ ਪਾਲਿਸੀ ਆ ਨਾ ਉਹ ਸਾਨੂੰ ਨਹੀਂ ਮਿਲਣੀ, ਸਾਨੂੰ ਪਾਲਿਸੀ ਤੇ ਨਹੀਂ ਲਿਆ ਜਾਊਗਾ। ਸਾਡੇ ਜਿਹੜਾ ਰੁਜ਼ਗਾਰ ਆ, ਜਿਸ ਤਰ੍ਹਾਂ ਸਾਨੂੰ ਸਾਡੇ ਵੈਰੀਫਿਕੇਸ਼ਨ ਕੀਤੀ ਹੈ, ਸਾਡੇ ਸਰਟੀਫਿਕੇਟ ਦੇਖੇ ਗਿਆ ਵੀ ਰੈਗੂਲਰ ਟੀਚਰਾਂ ਦੀ ਤਰ੍ਹਾਂ, ਵੀ ਜੇ ਜਿਨ੍ਹਾਂ ਤੱਕ ਸਾਨੂੰ ਅਪਾਇੰਟਮੈਂਟ ਲੈਟਰ ਨਹੀਂ ਮਿਲਦੇ ਉਹਨਾਂ ਚਿਰ ਅਸੀਂ ਇੱਥੇ ਹੀ ਪ੍ਰੋਟੈਸਟ ਕਰਦੇ ਰਹਾਂਗੇ। ਠੀਕ ਹੈ, ਜੇ ਪ੍ਰਸ਼ਾਸਨ ਕਹਿੰਦਾ ਵੀ ਆਜੋ ਮੀਟਿੰਗ ਦੇ ਦਿੰਦੇ ਆ ਜੀ, ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾ ਦਿੰਦੇ ਆ, ਭਰੋਸਾ ਦਿੰਦੇ ਨੇ, ਤਾਂ ਤੁਸੀਂ ਟੈਂਕੀ ਤੋਂ ਥੱਲੇ ਆ ਜਾਓਗੇ ਜਾਂ ਪ੍ਰਦਰਸ਼ਨ ਖਤਮ ਕਰ ਦੋਗੇ? ਨਹੀਂ ਜੀ, ਮੀਟਿੰਗ ਦੇ ਵਿੱਚ ਹੱਲ ਕਰ ਦੇਣ। ਅਸੀਂ ਕਿਹੜਾ ਮੀਟਿੰਗ ਲੈਣ ਜਾਣਾ, ਸਾਡੇ ਤੋਂ ਉੱਥੇ ਹੱਲ ਕਰ ਦੇਣ। ਮੀਟਿੰਗ ਤੋਂ ਕੀ ਕਰਾਉਣਾ? ਸਾਨੂੰ ਤਾਂ ਹੱਲ ਕਰ ਦੇਣ, ਚਾਹੇ ਉਹ ਉੱਥੇ ਬੈਠੇ ਕਰ ਦੇਣ ਵੀ ਜਿਸ ਤਰ੍ਹਾਂ ਇਹ ਇਹਨਾਂ ਦੀ ਜਿਹੜੀ ਪਾਲਿਸੀ ਆ ਜਿਹਦੇ ਵਿੱਚ ਇਹਨਾਂ ਦੀ ਵੈਰੀਫਿਕੇਸ਼ਨ ਹੋਈ ਆ, ਇਹਨਾਂ ਦਾ ਹੱਕ ਬਣਦਾ ਇਹ, ਤਾਂ ਉਹਦੇ ਵਿੱਚ ਲੱਗ ਜਾਣ। ਤਾਂ ਅਸੀਂ ਤਾਂ ਜਾਂਦੇ ਨਹੀਂ ਮੀਟਿੰਗ ਤੇ, ਸਾਨੂੰ ਕੀ ਲੋੜ ਆ ਜਾਣ ਦੀ। ਠੀਕ ਹੈ, ਬਿਲਕੁਲ ਜੀ। ਸੋ 8736 ਕੱਚੇ ਮੁਲਾਜ਼ਮ ਪੂਰੇ ਡਟੇ ਬੈਠੇ ਨੇ ਕਿ ਸਰਕਾਰ ਸਾਨੂੰ ਗੁੰਮਰਾਹ ਕਰ ਰਹੀ ਆ, ਸਾਡੀਆਂ ਤਨਖਾਹਾਂ ਵਧਾਤੀਆਂ ਪਰ ਸਾਨੂੰ ਪੱਕੇ ਨਹੀਂ ਕੀਤਾ, ਜਦ ਕਿ ਪਹਿਲਾਂ ਪੱਕਿਆਂ ਦੇ ਵੋਟ ਲੱਗੇ ਨੇ, ਫਲੈਕਸ ਪੂਰੇ ਪੰਜਾਬ ਦੇ ਵਿੱਚ ਲੱਗੇ ਨੇ ਕਿ ਉਹ ਫਲੈਕਸ ਝੂਠ ਹਨ, ਇੱਥੋਂ ਤੱਕ ਕਹਿ ਰਹੇ ਨੇ, ਅਤੇ ਇਹਨਾਂ ਨੇ ਆਪਣੇ ਪੋਸਟਰ ਵੀ ਲਗਾਏ ਨੇ। ਅਤੇ ਹੁਣ ਗੱਲ ਇੱਥੇ ਪਹੁੰਚ ਗਈ ਕਿ ਅਸੀਂ ਪ੍ਰਦਰਸ਼ਨ ਆਪਣਾ ਚਾਲੂ ਰੱਖਾਂਗੇ ਜਦੋਂ ਤੱਕ ਕੋਈ ਪਾਲਿਸੀ ਨਹੀਂ ਬਣਦੀ, ਕੋਈ ਸਾਨੂੰ ਕਿਤੇ ਨਾ ਕਿਤੇ ਵੱਡਾ ਭਰੋਸਾ ਜਾਂ ਸਾਨੂੰ ਪੱਕੇ ਨਹੀਂ ਕਰਦੇ, ਉਦੋਂ ਤੱਕ ਸਾਡਾ ਪ੍ਰਦਰਸ਼ਨ ਇੱਥੇ ਹੀ ਚੱਲਦਾ ਰਹੇਗਾ। ਕੈਮਰਾਮੈਨ ਹਸਨ ਜੁਵਰਾਜ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।